प्यारे दोस्तों, ਅੱਜ मैं ਤੁਹਾਨੂੰ सहकारी सभा, ਇਸ ਦੇ ਉਦੇਸ਼, ਇਸ ਦੇ ਫਾਇਦੇ ਅਤੇ ਰਜਿਸਟ੍ਰੇਸ਼ਨ ਦੇ ਤਰੀਕਿਆਂ ਬਾਰੇ ਦੱਸਣਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਮੈਂ ਪੇਂਡੂ ਖੇਤਰਾਂ ਵਿੱਚ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਨਾਲ ਜੁੜੀਆਂ ਆਰਥਿਕ ਸਮੱਸਿਆਵਾਂ ਬਾਰੇ ਕੁਝ ਮਹੱਤਵਪੂਰਨ ਮੁੱਦਿਆਂ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ। ਪਹਿਲੀ ਸਥਿਤੀ, ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਇੱਕ ਛੋਟਾ ਕਿਸਾਨ ਅਤੇ ਹੋਰ ਨੌਕਰੀਆਂ ਨਾਲ ਜੁੜੇ ਵਿਅਕਤੀ ਕਈ ਕਿਸਮਾਂ ਦੇ ਜੋਖਮਾਂ ਦੇ ਸ਼ਿਕਾਰ ਹੁੰਦੇ ਹਨ। ਫਸਲ ਦੀ ਸਹੀ ਪੈਦਾਵਾਰ ਦੇ ਲਈ ਕਿਸਾਨ ਨੂੰ ਉਧਾਰ, ਖਾਦ, ਕੀਟਨਾਸ਼ਕਾਂ ਅਤੇ ਖੇਤੀਬਾੜੀ ਉਪਕਰਨਾਂ ਆਦਿ ਦੀ ਸਹੀ ਸਮੇਂ, ਸਹੀ ਮਾਤਰਾ ਅਤੇ ਸਹੀ ਰੇਟ 'ਤੇ ਜ਼ਰੂਰਤ ਪੈਂਦੀ ਹੈ। ਇਸ ਦੇ ਨਾਲ ਉਸ ਨੂੰ ਮੌਸਮ, ਬਾਰਿਸ਼, ਸੋਕੇ ਅਤੇ ਹੋਰ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਹੀ ਪੈਦਾਵਾਰ ਦਾ ਸਹੀ ਰੇਟ ਵਸੂਲ ਕਰਨਾ ਵੀ ਛੋਟੇ ਕਿਸਾਨਾਂ ਦੇ ਲਈ ਵੱਡੀ ਸਮੱਸਿਆ ਹੈ। ਉਸ ਨੂੰ ਬਾਜ਼ਾਰੀ ਹਾਲਾਤ ਦੀ ਜਾਣਕਾਰੀ ਨਾ ਹੋਣ ਕਰਕੇ ਅਤੇ ਸ਼ਾਹੂਕਾਰ ਦੇ ਫੌਰੀ ਪੈਸੇ ਵਾਪਸ ਕਰਨ ਦੇ ਲਈ ਆਪਣੀ ਫਸਲ ਨੂੰ ਨੇੜੇ ਦੀ ਮਾਰਕੀਟ ਵਿੱਚ ਉੱਕਾ ਚੁੱਕਾ ਭਾਅ 'ਤੇ ਵੇਚਣੀ ਪੈਂਦੀ ਹੈ ਅਤੇ ਵਿਚੋਲੀਆ ਵੀ ਕਾਫੀ ਪੈਸੇ ਲੈ ਲੈਂਦਾ ਹੈ, ਜਦੋਂ ਕਿ ਦੂਜੇ ਪਾਸੇ ਵੱਡੇ ਕਾਸ਼ਤਕਾਰਾਂ ਦੇ ਕੋਲ ਢੁਕਵੀਂ ਪੂੰਜੀ, ਜਾਣਕਾਰੀ, ਮੁੱਢਲੀ ਸੇਵਾਵਾਂ ਅਤੇ ਸਹੂਲਤਾਂ ਦੀ ਉਪਲਬਧਤਾ ਦੇ ਮੱਦੇਨਜ਼ਰ ਸਹੀ ਉਪਜ ਲੈਣ ਤੇ ਇਸ ਨੂੰ ਵੇਚਣ ਵਾਸਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਦੂਜੀ ਸਥਿਤੀ, ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਉਪਭੋਗਤਾ ਦੇ ਰੂਪ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਹਿਣੀਆਂ ਪੈਂਦੀਆਂ ਹਨ। ਦੂਰ ਦਰਾਡੇ ਦੇ ਇਲਾਕਿਆਂ ਵਿੱਚ ਦੁਕਾਨਦਾਰ ਗਾਹਕ ਤੋਂ MRP ਤੋਂ ਵੀ ਵੱਧ ਕੀਮਤ ਵਸੂਲਦਾ ਹੈ ਤੇ ਮਿਲਾਵਟ ਕਰਦਾ ਹੈ, ਤੋਲ ਵੀ ਘੱਟ ਦਿੰਦਾ ਹੈ ਤੇ ਚੋਰ ਬਾਜ਼ਾਰੀ ਕਰਦਾ ਹੈ। ਤੀਜੀ ਸਥਿਤੀ, ਅੱਜ ਦੇਸ਼ ਵਿੱਚ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨ ਨੌਕਰੀ ਨਾ ਮਿਲਣ ਕਾਰਨ ਪਰੇਸ਼ਾਨ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨਾਂ ਕੋਲ ਨਵੀਂ ਸੋਚ, ਭਰਪੂਰ ਊਰਜਾ ਤੇ ਜਾਣਕਾਰੀ ਹੈ, ਫਿਰ ਵੀ ਇਕੱਲੇ ਆਪਣਾ ਕਾਰੋਬਾਰ ਸਥਾਪਿਤ ਕਰਨ ਲਈ ਜ਼ਰੂਰੀ ਪੂੰਜੀ ਉਹਨਾਂ ਕੋਲ ਨਹੀਂ ਹੈ ਤੇ ਹੋਰ ਮੁਸ਼ਕਲਾਂ ਵੀ ਹਨ। ਇਨ੍ਹਾਂ ਸਾਰੀਆਂ ਸਥਿਤੀਆਂ ਵਿੱਚ ਪਰੇਸ਼ਾਨ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਵਾਰਨ ਦੇ ਲਈ ਸਰਕਾਰ ਨੇ ਇੱਕ ਕਾਨੂੰਨੀ ਸੰਗਠਨ ਸਹਿਕਾਰੀ ਸਭਾ ਦੇ ਰੂਪ ਵਿੱਚ ਵਿਕਲਪ ਦਿੱਤਾ ਹੈ। ਸਹਿਕਾਰੀ ਸਭਾ ਦਾ ਗਠਨ ਕਿਸੇ ਇੱਕ ਸਮੂਹਿਕ ਆਰਥਿਕ ਜਾਂ ਸਮਾਜਿਕ ਹਿੱਤ ਦਾ ਬਚਾਅ ਕਰਨ ਦੇ ਲਈ ਜਾਂ ਕਿਸੇ ਐਸੇ ਸਮੂਹਿਕ ਹਿੱਤ ਜਿਸ ਵਿੱਚ ਕਿਸੇ ਨੂੰ ਲੁੱਟਿਆ ਜਾ ਰਿਹਾ ਹੈ ਜਾਂ ਪਰੇਸ਼ਾਨ ਕੀਤਾ ਜਾ ਰਿਹਾ ਹੈ, ਸਮਾਜ ਵਿੱਚ ਕਈ ਚੁਣੌਤੀਆਂ ਦਾ ਮਿਲ ਕੇ ਇਕਜੁੱਟ ਹੋ ਕੇ ਸਾਹਮਣਾ ਕਰਨ ਦੇ ਲਈ ਕੀਤਾ ਜਾ ਸਕਦਾ ਹੈ। ਇਹਨਾਂ ਸਾਰੀਆਂ ਸਥਿਤੀਆਂ ਵਿੱਚ ਜਦੋਂ ਲੋਕਾਂ ਕੋਲ ਪੂੰਜੀ ਨਹੀਂ ਹੁੰਦੀ, ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ, ਜ਼ਮੀਨ ਨਹੀਂ ਹੁੰਦੀ, ਮੁੱਢਲੀ ਸਹੂਲਤਾਂ ਉਪਲਬਧ ਨਹੀਂ ਹਨ, ਫਿਰ ਅਜਿਹੇ ਕਈ ਲੋਕ ਜਦ ਇਕੱਠੇ ਹੋ ਜਾਣ ਅਤੇ ਇੱਕ ਪ੍ਰੋਫੈਸ਼ਨਲ ਮੈਨੇਜਰ ਨੂੰ, ਜੋ ਕਿ ਵਿਸ਼ਵਾਸ ਪਾਤਰ ਹੋਵੇ, ਨਿਪੁੰਨ ਹੋਵੇ, ਚੋਰੀ ਨਾ ਕਰੇ, ਭਰਤੀ ਕਰਕੇ ਇੱਕ ਸਹਿਕਾਰੀ ਸਭਾ ਬਣਾ ਸਕਦੇ ਹਨ, ਜਿਸ ਵਿੱਚ ਸਾਰਿਆਂ ਦਾ ਬਰਾਬਰ ਦਾ ਮਾਲਕਾਨਾ ਹੱਕ ਹੈ ਤੇ ਜਿਸ ਦੀ ਜਿੰਨੀ ਪੂੰਜੀ ਉਸ ਦਾ ਉਨਾ ਹੀ ਰਿਟਰਨ ਵੱਧਦਾ ਜਾਂਦਾ ਹੈ। ਸਹਿਕਾਰੀ ਸਭਾ ਇੱਕ ਖੁੱਲ੍ਹੀ ਅਤੇ ਸਵੈ-ਇੱਛਕ ਸਦੱਸਤਾ ਦੇ ਸੀਮਤ ਸਾਧਨਾਂ ਵਾਲੇ ਵਿਅਕਤੀਆਂ ਦੀ ਪ੍ਰਜਾਤੰਤਰ ਪ੍ਰਣਾਲੀ ਨਾਲ ਸੰਚਾਲਿਤ ਆਰਥਿਕ ਤੇ ਸਮਾਜਿਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਬਣਾਈ ਗਈ ਇੱਕ ਸੰਸਥਾ ਹੈ। ਸਹਿਕਾਰੀ ਸਭਾ ਦੀਆਂ ਖਾਸ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ। ਬਹੁਤ ਜ਼ਿਆਦਾ ਪੂੰਜੀ ਦੀ ਲੋੜ ਨਹੀਂ, ਸਵੈ-ਇੱਛੁਕ ਮੈਂਬਰਸ਼ਿਪ, ਮੈਂਬਰਾਂ ਵਿੱਚ ਪੱਖਵਾਦ ਨਹੀਂ, ਸਾਰੇ ਮੈਂਬਰਾਂ ਦੇ ਬਰਾਬਰ ਅਧਿਕਾਰ ਅਤੇ ਜ਼ਿੰਮੇਵਾਰੀਆਂ, ਪ੍ਰਜਾਤੰਤਰ ਪ੍ਰਣਾਲੀ, ਹਰ ਇੱਕ ਮੈਂਬਰ ਦਾ ਕੇਵਲ ਇੱਕ ਵੋਟ, ਸਭ ਇੱਕ ਲਈ ਤੇ ਹਰ ਇੱਕ ਸਾਰਿਆਂ ਲਈ ਦੇ ਸਿਧਾਂਤ ਦਾ ਪਾਲਣ, ਜ਼ਿਆਦਾ ਤੋਂ ਜ਼ਿਆਦਾ ਮੈਂਬਰਸ਼ਿਪ ਦੀ ਕੋਈ ਸੀਮਾ ਨਹੀਂ। ਸਹਿਕਾਰੀ ਸਭਾ ਲਿਮਟਿਡ ਵਿੱਚ ਮੈਂਬਰਾਂ ਦੀ ਦੇਣਦਾਰੀ ਉਸ ਦੀ ਸ਼ੇਅਰ ਪੂੰਜੀ ਤੱਕ ਸੀਮਤ, ਲਾਭਾਂਸ਼ ਦੀ ਵੰਡ, ਮੈਂਬਰਾਂ ਦੁਆਰਾ ਮੈਂਬਰਾਂ ਵਿੱਚੋਂ ਚੁਣੀ ਹੋਈ ਮੈਨੇਜਿੰਗ ਕਮੇਟੀ, ਆਪਸੀ ਸਹਾਇਤਾ ਅਤੇ ਕਲਿਆਣ ਤੇ ਜ਼ੋਰ, ਮੈਂਬਰਸ਼ਿਪ ਵਿੱਚ ਤਬਦੀਲੀਆਂ ਬਾਵਜੂਦ ਪੱਕਾ ਵਜੂਦ, ਲੋਕਤੰਤਰੀ ਹਸਤੀ ਦੇ ਮੱਦੇਨਜ਼ਰ ਸਰਕਾਰ ਦੀ ਉਦਾਰ ਸਹਾਇਤਾ, ਪੰਜੀਕਰਨ ਕਾਨੂੰਨੀ ਲੋੜ, ਪੰਜੀਕਰਨ ਲਈ ਆਸਾਨ ਵਿਧੀ। ਹੁਣ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਹਿਕਾਰੀ ਸਭਾ ਬਣਾਉਣ ਅਤੇ ਪੰਜੀਕਰਨ ਦੀ ਵਿਧੀ ਕੀ ਹੈ। ਇੱਥੇ ਅਸੀਂ ਪੰਜਾਬ ਰਾਜ ਵਿੱਚ ਲਾਗੂ ਹੋਣ ਵਾਲੀ ਵਿਧੀ ਬਾਰੇ ਚਰਚਾ ਕਰਾਂਗੇ। ਇਹ ਦੂਜੇ ਰਾਜਾਂ ਨਾਲੋਂ ਵੱਖਰੀ ਹੋ ਸਕਦੀ ਹੈ। ਸਹਿਕਾਰੀ ਸਭਾ ਦੇ ਗਠਨ ਅਤੇ ਪੰਜੀਕਰਨ ਲਈ 10 ਕਦਮ। ਪਹਿਲਾ ਕਦਮ, ਸਭਾ ਬਣਾਉਣ ਵਿੱਚ ਰੁਚੀ ਰੱਖਣ ਵਾਲੇ ਘੱਟੋ ਘੱਟ 11 ਵਿਅਕਤੀ। ਸਹਿਕਾਰੀ ਸਭਾ ਦੇ ਗਠਨ ਲਈ ਸਹਿਕਾਰੀ ਨਿਯਮਾਂ ਅਨੁਸਾਰ ਘੱਟੋ ਘੱਟ 11 ਅਜਿਹੇ ਵਿਅਕਤੀ
ਜੋ ਸਾਰੇ ਅਲੱਗ-ਅਲੱਗ ਪਰਿਵਾਰ ਤੋਂ ਹੋਣ ਅਤੇ ਕਿਸੇ ਇੱਕ ਆਰਥਿਕ ਤੇ ਸਮਾਜਿਕ ਉਦੇਸ਼ ਦੀ ਪੂਰਤੀ ਲਈ ਮਿਲ ਕੇ ਕੰਮ ਕਰਨਾ ਚਾਹਣ ਤਾਂ ਇਕਜੁੱਟ ਹੋਣਾ ਜ਼ਰੂਰੀ ਹੈ। ਦੂਜਾ ਕਦਮ, ਚੇਅਰਮੈਨ ਦੀ ਸਰਬਸੰਮਤੀ ਨਾਲ ਚੋਣ। ਸਭਾ ਬਣਾਉਣ ਦੇ ਇੱਛੁਕ ਵਿਅਕਤੀਆਂ ਦੇ ਗਰੁੱਪ ਦੁਆਰਾ ਆਪਸੀ ਸਹਿਮਤੀ ਤੇ ਬਹੁਮਤ ਨਾਲ ਮੁੱਖ ਪ੍ਰਮੋਟਰ ਦਾ ਚੁਣਾਵ ਕੀਤਾ ਜਾ ਸਕਦਾ ਹੈ, ਜੋ ਸਭਾ ਦੇ ਪੰਜੀਕਰਨ ਤੱਕ ਦੀ ਵਿਧੀ ਲਈ ਮੁੱਖ ਭੂਮਿਕਾ ਨਿਭਾਉਂਦਾ ਹੈ ਤੇ ਸੰਬੰਧਿਤ ਫਾਰਮ ਪੇਸ਼ ਕਰਦਾ ਹੈ। ਤੀਜਾ ਕਦਮ, ਪ੍ਰਸਤਾਵਿਤ ਸੁਸਾਇਟੀ ਦੇ ਨਾਮ ਸੰਬੰਧੀ ਫੈਸਲਾ। ਸਭਾ ਬਣਾਉਣ ਦੇ ਸਾਰੇ ਇੱਛੁਕ ਵਿਅਕਤੀ ਸਹਿਕਾਰੀ ਸਭਾ ਦੇ ਨਾਮ ਦੇ ਵਿਚਾਰ ਕਰਕੇ ਕਿਸੇ ਇੱਕ ਨਾਮ ਤੇ ਸਹਿਮਤੀ ਬਣਾਉਂਦੇ ਹਨ। ਚੌਥਾ ਕਦਮ, ਸਹਿਕਾਰੀ ਸਭਾ ਦੇ ਉਪ ਕਾਨੂੰਨਾਂ ਦਾ ਗਠਨ। ਸਭਾ ਬਣਾਉਣ ਦੇ ਸਾਰੇ ਇੱਛੁਕ ਵਿਅਕਤੀ ਮਿਲ ਬੈਠ ਕੇ ਸਹਿਕਾਰੀ ਸਭਾ ਦੇ ਅੰਦਰੂਨੀ ਮਾਮਲੇ ਤੇ ਕੰਮ ਸੰਬੰਧੀ ਨਿਯਮ ਨਿਰਧਾਰਤ ਕਰਨ ਵਾਸਤੇ ਸਭਾ ਦੇ ਬਾਈਲਾਜ਼ ਦਾ ਮਸੌਦਾ ਤਿਆਰ ਕਰਦੇ ਹਨ। ਇਹਨਾਂ ਬਾਈਲਾਜ਼ ਦਾ ਮਸੌਦਾ ਰਾਜ ਦੇ ਸਹਿਕਾਰੀ ਸਭਾਵਾਂ ਕਾਨੂੰਨ ਦੇ ਪ੍ਰਾਵਧਾਨਾਂ ਦੇ ਅੰਤਰਗਤ ਬਣਾਇਆ ਜਾਂਦਾ ਹੈ। ਪੰਜਵਾਂ ਕਦਮ, ਸਹਿਕਾਰੀ ਸਭਾ ਦੀ ਰਜਿਸਟਰੀ ਲਈ ਫੀਸ। ਪੰਜਾਬ ਰਾਜ ਵਿੱਚ ਰਾਜ ਸਹਿਕਾਰੀ ਸਭਾ ਐਕਟ ਦੇ ਅਨੁਸਾਰ ਸੁਸਾਇਟੀ ਦੇ ਰਜਿਸਟਰੀਕਰਨ ਲਈ ਕੋਈ ਫੀਸ ਨਿਰਧਾਰਤ ਨਹੀਂ ਕੀਤੀ ਗਈ ਹੈ। ਇਹ ਫ੍ਰੀ ਵਿੱਚ ਹੀ ਕੀਤੀ ਜਾਂਦੀ ਹੈ। ਛੇਵਾਂ ਕਦਮ, ਮੈਂਬਰਾਂ ਦੀ ਸ਼ੇਅਰ ਪੂੰਜੀ ਦੀ ਜਮ੍ਹਾਂ ਰਕਮ। ਪ੍ਰਸਤਾਵਿਤ ਸੁਸਾਇਟੀ ਦੇ ਹਰੇਕ ਮੈਂਬਰ ਤੋਂ ਸ਼ੇਅਰ ਪੂੰਜੀ ਦੀ ਸ਼ਕਲ ਵਿੱਚ ਘੱਟੋ ਘੱਟ 500 ਰੁਪਏ ਅਤੇ 10 ਰੁਪਏ ਰਜਿਸਟ੍ਰੇਸ਼ਨ ਫੀਸ ਦੇ ਤੌਰ ਤੇ ਇਕੱਤਰ ਕੀਤੇ ਜਾਂਦੇ ਹਨ। ਮੁੱਖ ਪ੍ਰਮੋਟਰ ਇਕੱਤਰ ਕੀਤੀ ਰਕਮ ਜਮ੍ਹਾਂ ਕਰਾਉਣ ਅਤੇ ਬੈਂਕ ਤੋਂ ਰਸੀਦ ਪ੍ਰਾਪਤ ਕਰਨ ਲਈ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਵਿੱਚ ਸੁਸਾਇਟੀ ਦਾ ਖਾਤਾ ਖੋਲ੍ਹਦੇ ਹਨ। ਸੁਸਾਇਟੀ ਦਾ ਖਾਤਾ ਕਿਸੇ ਵੀ ਨਿਰਧਾਰਤ ਬੈਂਕ ਜਾਂ ਸ਼ਾਖਾ ਵਿੱਚ ਖੋਲ੍ਹਿਆ ਜਾ ਸਕਦਾ ਹੈ। ਇਸ ਫੀਸ ਤੋਂ ਇਲਾਵਾ ਕੋਈ ਹੋਰ ਫੀਸ ਨਹੀਂ ਹੈ। ਸੱਤਵਾਂ ਕਦਮ, ਸਹਿਕਾਰੀ ਸਭਾ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ। ਬੈਂਕ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸੁਸਾਇਟੀ ਦਾ ਮੁੱਖ ਪ੍ਰਮੋਟਰ ਸਹਿਕਾਰੀ ਸੁਸਾਇਟੀ ਦੀ ਰਜਿਸਟ੍ਰੇਸ਼ਨ ਲਈ ਖੇਤਰ ਦੇ ਡਿਪਟੀ ਰਜਿਸਟਰਾਰ ਨੂੰ ਸਾਰੀ ਜਾਣਕਾਰੀ ਅਤੇ ਦਸਤਾਵੇਜ਼ਾਂ ਨਾਲ ਸਹਿਯੋਗੀ ਨਿਰਧਾਰਤ ਪ੍ਰੋਫਾਰਮਾ ਵਿੱਚ ਲੋੜੀਂਦੀ ਦਰਖਾਸਤ ਦਿੰਦੇ ਹਨ। 8ਵਾਂ ਕਦਮ, ਸਹਿਕਾਰੀ ਸਭਾ ਦੇ ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼। ਸਹਿਕਾਰੀ ਸਭਾ ਦੀ ਰਜਿਸਟ੍ਰੇਸ਼ਨ ਲਈ ਸੁਸਾਇਟੀ ਦੇ ਚੇਅਰਮੈਨ ਦੁਆਰਾ ਅੱਗੇ ਦੱਸੇ ਗਏ ਦਸਤਾਵੇਜ਼ ਹਰੇਕ ਦੀਆਂ 4 ਕਾਪੀਆਂ ਜ਼ਿਲ੍ਹਾ ਸਹਿਕਾਰੀ ਦਫ਼ਤਰ ਨੂੰ ਜਮ੍ਹਾਂ ਕਰਨੇ ਜ਼ਰੂਰੀ ਹਨ। ਸਭਾ ਦੀ ਰਜਿਸਟ੍ਰੇਸ਼ਨ ਤੋਂ ਪਹਿਲਾਂ ਹੋਈਆਂ ਸਾਰੀਆਂ ਬੈਠਕਾਂ ਦੀਆਂ ਮੀਟਿੰਗਾਂ ਦੀ ਕਾਰਵਾਈ ਦਾ ਰਿਕਾਰਡ, ਹਰੇਕ ਮੈਂਬਰ ਤੋਂ ਘੋਸ਼ਣਾ ਪੱਤਰ, ਮੈਂਬਰ ਪਛਾਣ ਕਾਰਡ ਫੋਟੋ ਦੇ ਨਾਲ, ਸਭਾ ਦੇ ਮੈਂਬਰਾਂ ਦੀ ਸੂਚੀ, ਬੈਂਕ ਜਾਂ ਖਜ਼ਾਨੇ ਦੀਆਂ ਰਸੀਦਾਂ, ਸਭਾ ਦੀ ਗਤੀਵਿਧੀਆਂ ਦੇ ਵੇਰਵਿਆਂ ਦੀ ਸੂਚੀ, ਰਜਿਸਟਰੀ ਫੀਸ ਦੀ ਰਸੀਦ, ਹੋਰ ਦਸਤਾਵੇਜ਼। 9ਵਾਂ ਕਦਮ, ਸਭਾ ਦੇ ਅਸਲ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਅਤੇ ਰਿਪੋਰਟ। ਜ਼ਿਲ੍ਹਾ ਪੱਧਰ ਦੇ ਸਹਿਕਾਰੀ ਅਧਿਕਾਰੀ ਦੁਆਰਾ ਅਧਿਕਾਰਤ ਸਹਿਕਾਰੀ ਇੰਸਪੈਕਟਰ ਪ੍ਰਸਤਾਵਿਤ ਸਹਿਕਾਰੀ ਸਭਾ ਦੇ ਅਸਲ ਦਸਤਾਵੇਜ਼ਾਂ ਦੀ ਪੜਤਾਲ ਕਰਕੇ ਰਿਪੋਰਟ ਤਿਆਰ ਕਰਦਾ ਹੈ ਅਤੇ ਸਹਾਇਕ ਰਜਿਸਟਰਾਰ ਦੁਆਰਾ ਰਿਪੋਰਟ ਨੂੰ ਪਾਸ ਕਰਨ ਉਪਰੰਤ ਪੰਜੀਕਰਨ ਮਸੌਦਾ ਸਭਾ ਦੀ ਰਜਿਸਟ੍ਰੇਸ਼ਨ ਕਰਨ ਲਈ ਜ਼ਿਲ੍ਹਾ DRCS ਕੋਲ ਭੇਜ ਦਿੱਤਾ ਜਾਂਦਾ ਹੈ। 10ਵਾਂ ਕਦਮ, ਸਹਿਕਾਰੀ ਸਭਾ ਦੀ ਰਜਿਸਟ੍ਰੇਸ਼ਨ। ਉਪਰੋਕਤ ਸਾਰੀ ਰਸਮਾਂ ਨੂੰ ਪੂਰਾ ਕਰਨ ਅਤੇ ਪ੍ਰਮਾਣ ਕਰਨ ਤੋਂ ਬਾਅਦ DRCS ਸਭਾ ਦਾ ਰਜਿਸਟ੍ਰੇਸ਼ਨ ਪ੍ਰਮਾਣ ਪੱਤਰ ਜਾਰੀ ਕਰਦਾ ਹੈ ਅਤੇ ਸਭਾ ਦੇ ਉਪ ਨਿਯਮ ਵੀ ਰਜਿਸਟਰਡ ਕੀਤੇ ਜਾਂਦੇ ਹਨ। ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ ਸਭਾ ਆਪਣਾ ਕੰਮ ਸ਼ੁਰੂ ਕਰ ਸਕਦੀ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਸਹਿਕਾਰੀ ਸਭਾ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਤੋਂ ਆਪਣੇ ਨਿਯਮ ਅਤੇ ਸ਼ਰਤਾਂ ਅਨੁਸਾਰ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੀ ਹੈ। ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਪ੍ਰਪੋਜ਼ਲ ਨਿਗਮ ਦੇ ਖੇਤਰੀ ਦਫ਼ਤਰ ਜਾਂ ਮੁੱਖ ਦਫ਼ਤਰ ਨੂੰ ਭੇਜੇ ਜਾ ਸਕਦੇ ਹਨ। ਧੰਨਵਾਦ।